ਅਕਸਰ ਹੀ ਦੁਨੀਆ ਦਾ ਹਰ ਵਸਿੰਦਾ ਕਦੇ ਨਾ ਕਦੇ ਇਹ ਜ਼ਰੂਰ ਸੋਚਦਾ ਹੈ ਕਿ ਆਖਰ ਮਰਨ ਤੋਂ ਬਾਅਦ ਇਨਸਾਨ ਕਿੱਥੇ ਚਲਾ ਜਾਂਦਾ ਹੈ, ਆਤਮਾ ਕਿੱਥੇ ਚਲੀ ਜਾਂਦੀ ਹੈ। ਮਰਨ ਤੋਂ ਬਾਅਦ ਕਿੱਥੇ ਜਾਂਦੀ ਹੈ ਆਤਮਾ, ਆਖਰ ਇਸ ਦੇ ਬਾਰੇ ਇੱਕ ਵਿਗਿਆਨੀ ਨੇ ਖੁਲਾਸਾ ਕਰ ਹੀ ਦਿੱਤਾ ਹੈ। ਉਹ ਵੀ ਬਹੁਤ ਹੀ ਹੈਰਾਨੀਜਨਕ ਖੁਲਾਸਾ ਕੀਤਾ ਹੈ। ਦੱਸ ਦਈਏ ਕਿ ਪਿਛਲੇ ਸਮੇਂ ਦੇ ਦੌਰਾਨ ਇਸ ਚੈਨਲ ਦੇ ਉੱਪਰ ਪੁਨਰ ਜਨਮ ਸੰਬੰਧੀ ਵੀ ਅਸੀਂ ਕੁਝ ਇੰਟਰਵਿਊਜ਼ ਵੀਡੀਓਜ਼ ਬਣਾਈਆਂ ਸਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਲਗਾਤਾਰ ਭਰਪੂਰ ਹੁੰਗਾਰਾ ਦਿੱਤਾ ਗਿਆ ਸੀ। ਜਿਸ ਤਰ੍ਹਾਂ ਕਿ ਧੂਰੀ ਦੇ ਨੇੜਲੇ ਇੱਕ ਪਿੰਡ ਦੀ ਲੜਕੀ ਦੀ ਕਹਾਣੀ ਵਿਖਾਈ ਗਈ ਸੀ, ਜਿਹੜੀ ਕਿ ਆਪਣੇ ਪਿਛਲੇ ਜਨਮ ਦੇ ਬਾਰੇ ਪੂਰੀ ਤਰ੍ਹਾਂ ਦੱਸਦੀ ਸੀ। ਜਦੋਂ ਉਸ ਦਾ ਇੱਕ ਵਾਰ ਪਿਤਾ ਰੇਲ ਗੱਡੀ ਦੇ ਵਿੱਚ ਸਫ਼ਰ ਕਰ ਰਿਹਾ ਸੀ ਆਪਣੇ ਪਰਿਵਾਰ ਨਾਲ, ਤਾਂ ਉਹਨਾਂ ਨੂੰ ਬੈਠਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਮਿਲ ਰਹੀ। ਤਾਂ ਅਚਾਨਕ ਛੋਟੀ ਜੀ ਬੱਚੀ ਉਹਨਾਂ ਦੀ ਧੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਉੱਪਰ ਜਿਹੜੀ ਸੀਟ ਦੇ ਨਾਲ ਇੱਕ ਲੌਕ ਲੱਗਾ ਹੈ, ਇਸ ਨੂੰ ਖੋਲੋ ਤਾਂ ਇਹ ਸੀਟ ਖੁੱਲ੍ਹ ਜਾਵੇਗੀ। ਤਾਂ ਉੱਥੇ ਉਸ ਦਾ ਪਿਤਾ ਇੱਕਦਮ ਹੈਰਾਨ ਰਹਿ ਗਿਆ ਸੀ ਕਿ ਇਸ ਨੂੰ, ਛੋਟੀ ਜੀ ਨੂੰ ਇਸ ਦਾ ਬਾਰੇ ਕਿਵੇਂ ਪਤਾ ਹੈ। ਜਦੋਂ ਉਹਨਾਂ ਨੇ ਆਪਣੀ ਬੇਟੀ ਨੂੰ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਹੈ ਕਿ ਇਹ ਸੀਟ ਇੱਥੋਂ ਖੁੱਲ੍ਹਦੀ ਹੈ, ਤਾਂ ਉਸ ਨੇ ਦੱਸਿਆ ਕਿ ਮੇਰੇ ਜਿਹੜੇ ਪਾਪਾ ਨੇ ਪਿਛਲੇ ਜਨਮ ਦੇ ਵਿੱਚ ਪਹਿਲਾਂ ਉਹ ਰੇਲਵੇ ਦੇ ਵਿੱਚ ਡਿਊਟੀ ਕਰਦੇ ਸਨ। ਤਾਂ ਇਸ ਤਰ੍ਹਾਂ ਦੀਆਂ ਉਹ ਕਾਫੀ ਜ਼ਿਆਦਾ ਹੋਰ ਗੱਲਾਂ ਕਰਨ ਲੱਗੀ ਸੀ। ਉਸ ਤੋਂ ਬਾਅਦ 'ਚ ਜਦੋਂ ਉਸ ਦਾ ਮੌਜੂਦਾ ਸਮੇਂ ਪਿਤਾ ਉਸ ਨੂੰ ਉਸ ਦੇ ਦੱਸੇ ਹੋਏ ਪਿੰਡ ਲੈ ਕੇ ਗਿਆ, ਪਿਛਲੇ ਪਿੰਡ, ਤਾਂ ਉਹਨਾਂ ਨੇ ਉਸ ਲੜਕੀ ਨੂੰ ਕਾਫੀ ਦੂਰੀ 'ਤੇ ਉਤਾਰ ਦਿੱਤਾ ਸੀ ਆਪਣੇ ਮੋਟਰਸਾਈਕਲ ਤੋਂ, ਤੇ ਉਹ ਬੱਚੀ ਅੱਗੇ ਅੱਗੇ ਭੱਜੀ ਜਾ ਰਹੀ ਸੀ। ਪਿੱਛੇ ਪਿੱਛੇ ਉਸ ਦਾ ਪਿਤਾ ਗਿਆ ਤੇ ਉਹ ਹੈਰਾਨ ਰਹਿ ਗਿਆ ਜਦੋਂ ਆਪਣੇ ਪੁਰਾਣੇ ਘਰ ਦੇ ਵਿੱਚ ਗਈ। ਤੇ ਉਸ ਨੇ ਉਸ ਵਕਤ 'ਤੇ ਹੀ ਮੌਕੇ ਦੇ ਉੱਪਰ ਇਕੱਠੇ ਲੋਕਾਂ ਦੇ ਵਿੱਚੋਂ ਕਾਫੀ ਲੋਕਾਂ ਨੂੰ ਪਛਾਣ ਵੀ ਲਿਆ ਸੀ। ਤੇ ਇਸੇ ਤਰ੍ਹਾਂ ਉਸ ਬੱਚੀ ਨੇ ਆਪਣੇ ਸਕੂਲ ਦੀ ਕਹਾਣੀ ਵੀ ਦੱਸੀ ਸੀ, ਕਿਵੇਂ ਉਹ ਬੱਸ ਹੇਠ ਆਈ, ਕਿਸ ਤਰ੍ਹਾਂ ਉਹਦੇ ਭਰਾ ਨੇ ਉਸ ਦੇ ਸਿਰ ਵਿੱਚ ਕੱਚ ਦਾ ਗਲਾਸ ਮਾਰਿਆ ਸੀ। ਕਿਤੇ ਉਹ ਦੋਨੇ ਭੈਣ ਭਰਾ ਲੜ ਪਏ ਸਨ, ਜਾਂ ਉਸ ਨੇ ਕਹਿ ਲਈਏ ਕਿ ਉਸ ਦੇ ਭਰਾ ਨੇ ਉਸ ਨੂੰ ਘੂਰਿਆ ਸੀ। ਵਜ੍ਹਾ ਸੀ ਹੱਥ ਦੇ ਉੱਪਰ ਬੰਨੀ ਹੋਈ ਘੜੀ, ਤੇ ਇਸੇ ਤਰ੍ਹਾਂ ਉਸ ਨੇ ਸੂਟਾਂ ਨੂੰ ਆਪਣਿਆਂ ਨੂੰ ਪਛਾਣ ਲਿਆ ਸੀ। ਸੋ ਖੈਰ ਗੱਲ ਕਰੀਏ ਜੇਕਰ ਅੱਜ ਦੀ, ਤਾਂ ਜਿਸ ਤਰ੍ਹਾਂ ਇਹ ਸਵਾਲ ਦਾ ਖੁਲਾਸਾ ਕੀਤਾ ਹੈ ਵਿਗਿਆਨੀਆਂ ਨੇ ਕਿ ਆਖਰ ਆਤਮਾ ਕਿੱਥੇ ਚਲੀ ਜਾਂਦੀ ਹੈ। ਸੰਸਾਰ ਵਿੱਚ ਜੇਕਰ ਕੋਈ ਵਸਤੂ ਜਨਮ ਲੈਂਦੀ ਹੈ ਤਾਂ ਉਸ ਦਾ ਇੱਕ ਸਮੇਂ ਬਾਅਦ ਨਾਸ਼ ਹੋਣਾ ਵੀ ਇਹ ਤੈਅ ਹੁੰਦਾ ਹੈ। ਹਾਲਾਂਕਿ ਜ਼ਿੰਦਗੀ ਤੇ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਬਣੀਆਂ ਹੋਈਆਂ ਨੇ। ਦੁਨੀਆ ਦੇ ਹਰ ਧਰਮ ਵਿੱਚ ਮੌਤ ਤੋਂ ਬਾਅਦ ਦੀ ਸਥਿਤੀ ਨੂੰ ਵੱਖ-ਵੱਖ ਤਰੀਕਿਆਂ ਨਾਲ ਸਮਝਾਇਆ ਗਿਆ ਹੈ। ਦਰਅਸਲ ਜ਼ਿੰਦਗੀ ਦੇ ਸੰਬੰਧ ਵਿੱਚ ਅਧਿਆਤਮਿਕ ਗੁਰੂਆਂ ਤੇ ਵਿਗਿਆਨੀਆਂ ਵਿੱਚ ਹਮੇਸ਼ਾ ਮਤਭੇਦ ਰਹੇ ਨੇ। ਧਾਰਮਿਕ ਮਾਨਤਾਵਾਂ ਕਹਿੰਦੀਆਂ ਨੇ ਕਿ ਮੌਤ ਤੋਂ ਬਾਅਦ ਕੇਵਲ ਸਰੀਰ ਹੀ ਮਰਦਾ ਹੈ, ਆਤਮਾ ਕਦੇ ਵੀ ਨਹੀਂ ਮਰਦੀ। ਦੂਜੇ ਪਾਸੇ ਵਿਗਿਆਨ ਮਨੁੱਖ ਦੀ ਮੌਤ ਤੋਂ ਬਾਅਦ ਆਤਮਾ ਦੀ ਹੋਂਦ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕਰਦਾ। ਅਜਿਹੇ 'ਚ ਇੱਕ ਬ੍ਰਹਿਮੰਡ ਵਿਗਿਆਨੀ ਨੇ ਜ਼ਿੰਦਗੀ ਤੇ ਮੌਤ ਦੇ ਸੰਬੰਧ ਨੂੰ ਲੈ ਕੇ ਅਜਿਹਾ ਦਾਅਵਾ ਕੀਤਾ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਬ੍ਰਹਿਮੰਡ ਵਿਗਿਆਨੀ ਡਾਕਟਰ ਸੀਨ ਕੈਰੋਲ ਨੇ ਜ਼ਿੰਦਗੀ ਤੇ ਮੌਤ ਬਾਰੇ ਹੈਰਾਨ ਕਰਨ ਵਾਲੀ ਇੱਕ ਸੱਚਾਈ ਪੇਸ਼ ਕੀਤੀ ਹੈ। ਉਹਨਾਂ ਦੇ ਅਨੁਸਾਰ ਜੇਕਰ ਸਭ ਕੁਝ ਵਿਗਿਆਨ ਦੇ ਨਿਯਮਾਂ ਅਨੁਸਾਰ ਵਾਪਰਦਾ ਹੈ, ਤਾਂ ਭੌਤਿਕ ਵਿਗਿਆਨ ਵਿੱਚ ਇਹ ਸੰਭਵ ਹੀ ਨਹੀਂ ਕਿ ਮਨੁੱਖ ਦੀ ਮੌਤ ਤੋਂ ਬਾਅਦ ਕੋਈ ਜੀਵਨ ਸੰਭਵ ਹੋਵੇ। ਪ੍ਰੋਫੈਸਰ ਕਰੋਲ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਭੌਤਿਕ ਵਿਗਿਆਨ ਦਾ ਅਧਿਐਨ ਕਰਨ ਵਿੱਚ ਲੰਘਾਇਆ। ਪ੍ਰੋਫੈਸਰ ਆਪਣੇ ਅਧਿਐਨ ਦੇ ਆਧਾਰ 'ਤੇ ਦੱਸਦੇ ਨੇ ਕਿ ਜੇਕਰ ਕੋਈ ਵਿਅਕਤੀ ਮਰ ਜਾਂਦਾ ਤਾਂ ਉਸ ਦੀ ਚੇਤਨਾ ਇਸ ਬ੍ਰਹਿਮੰਡ ਵਿੱਚ ਨਹੀਂ ਰਹਿ ਸਕਦੀ। ਸਾਇੰਟੀਫਿਕ ਅਮਰੀਕਨ ਵਿੱਚ ਡਾਕਟਰ ਕਰੋਲ ਲਿਖਦੇ ਨੇ ਕਿ ਧਾਰਮਿਕ ਮਾਨਤਾਵਾਂ ਦੇ ਹਿਸਾਬ ਨਾਲ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਬੰਦੇ ਦੀ ਮੌਤ ਤੋਂ ਬਾਅਦ ਆਤਮਾ ਕਿਸੇ ਨਾ ਕਿਸੇ ਰੂਪ ਵਿੱਚ ਇਸ ਵਾਤਾਵਰਣ ਵਿੱਚ ਮੌਜੂਦ ਰਹਿੰਦੀ ਹੈ। ਹੁਣ ਜੇਕਰ ਅਸੀਂ ਵਿਗਿਆਨ ਦੀ ਇੱਕ ਸ਼ਾਖਾ ਭੌਤਿਕ ਵਿਗਿਆਨ ਦੇ ਨਿਯਮਾਂ ਦੇ ਆਧਾਰ 'ਤੇ ਜ਼ਿੰਦਗੀ ਨੂੰ ਸਮਝੀਏ, ਤਾਂ ਮੌਤ ਤੋਂ ਬਾਅਦ ਸਾਡੇ ਮਨ ਵਿੱਚ ਮੌਜੂਦ ਜਾਣਕਾਰੀ ਨੂੰ ਕਾਇਮ ਰੱਖਣ ਦਾ ਕੋਈ ਤਰੀਕਾ ਹੀ ਨਹੀਂ ਜਾਪਦਾ। ਹਾਲਾਂਕਿ ਸਾਰੇ ਵਿਗਿਆਨੀ ਅਜੇ ਤੱਕ ਪ੍ਰੋਫੈਸਰ ਕਰੋਲ ਦੇ ਇਸ ਦ੍ਰਿਸ਼ਟੀਕੋਣ ਦਾ ਸਮਰਥਨ ਨਹੀਂ ਕਰ ਰਹੇ। ਉਹਨਾਂ ਦਾ ਕਹਿਣਾ ਹੈ ਕਿ ਮਨੁੱਖੀ ਦਿਮਾਗ 'ਤੇ ਅਜੇ ਹੋਰ ਅਧਿਐਨ ਦੀ ਲੋੜ ਹੈ। ਧਰਮ ਵਿਗਿਆਨ ਤੋਂ ਆਤਮਾ ਬਾਰੇ ਪੂਰੀ ਤਰ੍ਹਾਂ ਉਲਟ ਵਿਚਾਰ ਰੱਖਦਾ ਹੈ। ਧਰਮ ਵਿੱਚ ਆਤਮਾ ਨੂੰ ਅਮਰ ਮੰਨਿਆ ਜਾਂਦਾ ਹੈ। ਅਜਿਹੇ 'ਚ ਪ੍ਰੋਫੈਸਰ ਉਹਨਾਂ ਦਾ ਇਹ ਦਾਅਵਾ ਵਿਵਾਦ ਪੈਦਾ ਕਰਨ ਵਾਲਾ ਹੈ। ਸੰਸਾਰ ਦਾ ਹਰ ਧਰਮ ਕਿਸੇ ਨਾ ਕਿਸੇ ਰੂਪ ਵਿੱਚ ਆਤਮਾ ਦੀ ਹੋਂਦ ਨੂੰ ਦਰਸਾਉਂਦਾ ਹੈ। ਪ੍ਰੋਫੈਸਰ ਕਰੋਲ ਦਾ ਕਹਿਣਾ ਹੈ ਕਿ ਉਹ ਰੱਬ ਨੂੰ ਮੰਨਣ ਲਈ ਨਹੀਂ ਕਹਿੰਦਾ, ਪਰ ਇਸ ਮੁੱਦੇ 'ਤੇ ਵਿਗਿਆਨ ਦੀ ਆਪਣੀ ਦਲੀਲ ਹੈ। ਦੁਨੀਆ ਦਾ ਹਰ ਵਸਿੰਦਾ ਕਦੇ ਨਾ ਕਦੇ ਇਹ ਜ਼ਰੂਰ ਸੋਚਦਾ ਹੈ ਕਿ ਆਖਰ ਮਰਨ ਤੋਂ ਬਾਅਦ ਇਨਸਾਨ ਕਿੱਥੇ ਚਲਾ ਜਾਂਦਾ ਹੈ, ਆਤਮਾ ਕਿੱਥੇ ਚਲੀ ਜਾਂਦੀ ਹੈ।
ਮਰਨ ਤੋਂ ਬਾਅਦ ਕਿੱਥੇ ਜਾਂਦੀ ਹੈ ਆਤਮਾ, ਆਖਰ ਇਸ ਦੇ ਬਾਰੇ ਇੱਕ ਵਿਗਿਆਨੀ ਨੇ ਖੁਲਾਸਾ ਕਰ ਹੀ ਦਿੱਤਾ ਹੈ। ਉਹ ਵੀ ਬਹੁਤ ਹੀ ਹੈਰਾਨੀਜਨਕ ਖੁਲਾਸਾ ਕੀਤਾ ਹੈ। ਦੱਸ ਦਈਏ ਕਿ ਪਿਛਲੇ ਸਮੇਂ ਦੇ ਦੌਰਾਨ ਇਸ ਚੈਨਲ ਦੇ ਉੱਪਰ ਪੁਨਰ ਜਨਮ ਸੰਬੰਧੀ ਵੀ ਅਸੀਂ ਕੁਝ ਇੰਟਰਵਿਊਜ਼ ਵੀਡੀਓਜ਼ ਬਣਾਈਆਂ ਸਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਲਗਾਤਾਰ ਭਰਪੂਰ ਹੁੰਗਾਰਾ ਦਿੱਤਾ ਗਿਆ ਸੀ। ਜਿਸ ਤਰ੍ਹਾਂ ਕਿ ਧੂਰੀ ਦੇ ਨੇੜਲੇ ਇੱਕ ਪਿੰਡ ਦੀ ਲੜਕੀ ਦੀ ਕਹਾਣੀ ਵਿਖਾਈ ਗਈ ਸੀ, ਜਿਹੜੀ ਕਿ ਆਪਣੇ ਪਿਛਲੇ ਜਨਮ ਦੇ ਬਾਰੇ ਪੂਰੀ ਤਰ੍ਹਾਂ ਦੱਸਦੀ ਸੀ। ਜਦੋਂ ਉਸ ਦਾ ਇੱਕ ਵਾਰ ਪਿਤਾ ਰੇਲ ਗੱਡੀ ਦੇ ਵਿੱਚ ਸਫ਼ਰ ਕਰ ਰਿਹਾ ਸੀ ਆਪਣੇ ਪਰਿਵਾਰ ਨਾਲ, ਤਾਂ ਉਹਨਾਂ ਨੂੰ ਬੈਠਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਮਿਲ ਰਹੀ। ਤਾਂ ਅਚਾਨਕ ਛੋਟੀ ਜੀ ਬੱਚੀ ਉਹਨਾਂ ਦੀ ਧੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਉੱਪਰ ਜਿਹੜੀ ਸੀਟ ਦੇ ਨਾਲ ਇੱਕ ਲੌਕ ਲੱਗਾ ਹੈ, ਇਸ ਨੂੰ ਖੋਲੋ ਤਾਂ ਇਹ ਸੀਟ ਖੁੱਲ ਜਾਵੇਗੀ। ਤਾਂ ਉੱਥੇ ਉਸ ਦਾ ਪਿਤਾ ਇੱਕਦਮ ਹੈਰਾਨ ਰਹਿ ਗਿਆ ਸੀ ਕਿ ਇਸ ਨੂੰ, ਛੋਟੀ ਜੀ ਨੂੰ ਇਸ ਦਾ ਬਾਰੇ ਕਿਵੇਂ ਪਤਾ ਹੈ। ਜਦੋਂ ਉਹਨਾਂ ਨੇ ਆਪਣੀ ਬੇਟੀ ਨੂੰ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਹੈ ਕਿ ਇਹ ਸੀਟ ਇੱਥੋਂ ਖੁੱਲਦੀ ਹੈ, ਤਾਂ ਉਸ ਨੇ ਦੱਸਿਆ ਕਿ ਮੇਰੇ ਜਿਹੜੇ ਪਾਪਾ ਨੇ ਪਿਛਲੇ ਜਨਮ ਦੇ ਵਿੱਚ ਪਹਿਲਾਂ ਉਹ ਰੇਲਵੇ ਦੇ ਵਿੱਚ ਡਿਊਟੀ ਕਰਦੇ ਸਨ। ਤਾਂ ਇਸ ਤਰ੍ਹਾਂ ਦੀਆਂ ਉਹ ਕਾਫੀ ਜ਼ਿਆਦਾ ਹੋਰ ਗੱਲਾਂ ਕਰਨ ਲੱਗੀ ਸੀ। ਉਸ ਤੋਂ ਬਾਅਦ 'ਚ ਜਦੋਂ ਉਸ ਦਾ ਮੌਜੂਦਾ ਸਮੇਂ ਪਿਤਾ ਉਸ ਨੂੰ ਉਸ ਦੇ ਦੱਸੇ ਹੋਏ ਪਿੰਡ ਲੈ ਕੇ ਗਿਆ, ਪਿਛਲੇ ਪਿੰਡ, ਤਾਂ ਉਹਨਾਂ ਨੇ ਉਸ ਲੜਕੀ ਨੂੰ ਕਾਫੀ ਦੂਰੀ ਤੇ ਉਤਾਰ ਦਿੱਤਾ ਸੀ ਆਪਣੇ ਮੋਟਰਸਾਈਕਲ ਤੋਂ, ਤੇ ਉਹ ਬੱਚੀ ਅੱਗੇ ਅੱਗੇ ਭੱਜੀ ਜਾ ਰਹੀ ਸੀ, ਪਿੱਛੇ ਪਿੱਛੇ ਉਸ ਦਾ ਪਿਤਾ ਗਿਆ। ਤੇ ਉਹ ਹੈਰਾਨ ਰਹਿ ਗਿਆ ਜਦੋਂ ਆਪਣੇ ਪੁਰਾਣੇ ਘਰ ਦੇ ਵਿੱਚ ਗਈ, ਤੇ ਉਸ ਨੇ ਉਸ ਵਕਤ ਤੇ ਹੀ ਮੌਕੇ ਦੇ ਉੱਪਰ ਇਕੱਠੇ ਲੋਕਾਂ ਦੇ ਵਿੱਚੋਂ ਕਾਫੀ ਲੋਕਾਂ ਨੂੰ ਪਛਾਣ ਵੀ ਲਿਆ ਸੀ। ਤੇ ਇਸੇ ਤਰ੍ਹਾਂ ਉਸ ਬੱਚੀ ਨੇ ਆਪਣੇ ਸਕੂਲ ਦੀ ਕਹਾਣੀ ਵੀ ਦੱਸੀ ਸੀ, ਕਿਵੇਂ ਉਹ ਬੱਸ ਹੇਠ ਆਈ, ਕਿਸ ਤਰ੍ਹਾਂ ਉਹਦੇ ਭਰਾ ਨੇ ਉਸ ਦੇ ਸਿਰ ਵਿੱਚ ਕੱਚ ਦਾ ਗਲਾਸ ਮਾਰਿਆ ਸੀ। ਕਿਤੇ ਉਹ ਦੋਨੇ ਭੈਣ ਭਰਾ ਲੜ ਪਏ ਸਨ, ਜਾਂ ਉਸ ਨੇ ਕਹਿ ਲਈਏ ਕਿ ਉਸ ਦੇ ਭਰਾ ਨੇ ਉਸ ਨੂੰ ਘੂਰਿਆ ਸੀ, ਵਜ੍ਹਾ ਸੀ ਹੱਥ ਦੇ ਉੱਪਰ ਬੰਨੀ ਹੋਈ ਘੜੀ। ਤੇ ਇਸੇ ਤਰ੍ਹਾਂ ਉਸ ਨੇ ਸੂਟਾਂ ਨੂੰ ਆਪਣਿਆਂ ਨੂੰ ਪਛਾਣ ਲਿਆ ਸੀ। ਸੋ ਖੈਰ ਗੱਲ ਕਰੀਏ ਜੇਕਰ ਅੱਜ ਦੀ, ਤਾਂ ਜਿਸ ਤਰ੍ਹਾਂ ਇਹ ਸਵਾਲ ਦਾ ਖੁਲਾਸਾ ਕੀਤਾ ਹੈ ਵਿਗਿਆਨੀਆਂ ਨੇ ਕਿ ਆਖਰ ਆਤਮਾ ਕਿੱਥੇ ਚਲੀ ਜਾਂਦੀ ਹੈ। ਸੰਸਾਰ ਵਿੱਚ ਜੇਕਰ ਕੋਈ ਵਸਤੂ ਜਨਮ ਲੈਂਦੀ ਹੈ ਤਾਂ ਉਸ ਦਾ ਇੱਕ ਸਮੇਂ ਬਾਅਦ ਨਾਸ਼ ਹੋਣਾ ਵੀ ਇਹ ਤੈਅ ਹੁੰਦਾ ਹੈ। ਹਾਲਾਂਕਿ ਜ਼ਿੰਦਗੀ ਤੇ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਬਣੀਆਂ ਹੋਈਆਂ ਨੇ। ਦੁਨੀਆ ਦੇ ਹਰ ਧਰਮ ਵਿੱਚ ਮੌਤ ਤੋਂ ਬਾਅਦ ਦੀ ਸਥਿਤੀ ਨੂੰ ਵੱਖ-ਵੱਖ ਤਰੀਕਿਆਂ ਨਾਲ ਸਮਝਾਇਆ ਗਿਆ ਹੈ। ਦਰਅਸਲ ਜ਼ਿੰਦਗੀ ਦੇ ਸੰਬੰਧ ਵਿੱਚ ਅਧਿਆਤਮਿਕ ਗੁਰੂਆਂ ਤੇ ਵਿਗਿਆਨੀਆਂ ਵਿੱਚ ਹਮੇਸ਼ਾ ਮਤਭੇਦ ਰਹੇ ਨੇ। ਧਾਰਮਿਕ ਮਾਨਤਾਵਾਂ ਕਹਿੰਦੀਆਂ ਨੇ ਕਿ ਮੌਤ ਤੋਂ ਬਾਅਦ ਕੇਵਲ ਸਰੀਰ ਹੀ ਮਰਦਾ ਹੈ, ਆਤਮਾ ਕਦੇ ਵੀ ਨਹੀਂ ਮਰਦੀ। ਦੂਜੇ ਪਾਸੇ ਵਿਗਿਆਨ ਮਨੁੱਖ ਦੀ ਮੌਤ ਤੋਂ ਬਾਅਦ ਆਤਮਾ ਦੀ ਹੋਂਦ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕਰਦਾ। ਅਜਿਹੇ 'ਚ ਇੱਕ ਬ੍ਰਹਿਮੰਡ ਵਿਗਿਆਨੀ ਨੇ ਜ਼ਿੰਦਗੀ ਤੇ ਮੌਤ ਦੇ ਸੰਬੰਧ ਨੂੰ ਲੈ ਕੇ ਅਜਿਹਾ ਦਾਅਵਾ ਕੀਤਾ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਬ੍ਰਹਿਮੰਡ ਵਿਗਿਆਨੀ ਡਾਕਟਰ ਸੀਨ ਕੈਰੋਲ ਨੇ ਜ਼ਿੰਦਗੀ ਤੇ ਮੌਤ ਬਾਰੇ ਹੈਰਾਨ ਕਰਨ ਵਾਲੀ ਇੱਕ ਸੱਚਾਈ ਪੇਸ਼ ਕੀਤੀ ਹੈ। ਉਹਨਾਂ ਦੇ ਅਨੁਸਾਰ ਜੇਕਰ ਸਭ ਕੁਝ ਵਿਗਿਆਨ ਦੇ ਨਿਯਮਾਂ ਅਨੁਸਾਰ ਵਾਪਰਦਾ ਹੈ, ਤਾਂ ਭੌਤਿਕ ਵਿਗਿਆਨ ਵਿੱਚ ਇਹ ਸੰਭਵ ਹੀ ਨਹੀਂ ਕਿ ਮਨੁੱਖ ਦੀ ਮੌਤ ਤੋਂ ਬਾਅਦ ਕੋਈ ਜੀਵਨ ਸੰਭਵ ਹੋਵੇ। ਪ੍ਰੋਫੈਸਰ ਕਰੋਲ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਭੌਤਿਕ ਵਿਗਿਆਨ ਦਾ ਅਧਿਐਨ ਕਰਨ ਵਿੱਚ ਲੰਘਾਇਆ। ਪ੍ਰੋਫੈਸਰ ਆਪਣੇ ਅਧਿਐਨ ਦੇ ਆਧਾਰ ਤੇ ਦੱਸਦੇ ਨੇ ਕਿ ਜੇਕਰ ਕੋਈ ਵਿਅਕਤੀ ਮਰ ਜਾਂਦਾ ਤਾਂ ਉਸ ਦੀ ਚੇਤਨਾ ਇਸ ਬ੍ਰਹਿਮੰਡ ਵਿੱਚ ਨਹੀਂ ਰਹਿ ਸਕਦੀ। ਸਾਇੰਟੀਫਿਕ ਅਮਰੀਕਨ ਵਿੱਚ ਡਾਕਟਰ ਕਰੋਲ ਲਿਖਦੇ ਨੇ ਕਿ ਧਾਰਮਿਕ ਮਾਨਤਾਵਾਂ ਦੇ ਹਿਸਾਬ ਨਾਲ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਬੰਦੇ ਦੀ ਮੌਤ ਤੋਂ ਬਾਅਦ ਆਤਮਾ ਕਿਸੇ ਨਾ ਕਿਸੇ ਰੂਪ ਵਿੱਚ ਇਸ ਵਾਤਾਵਰਣ ਵਿੱਚ ਮੌਜੂਦ ਰਹਿੰਦੀ ਹੈ। ਹੁਣ ਜੇਕਰ ਅਸੀਂ ਵਿਗਿਆਨ ਦੀ ਇੱਕ ਸ਼ਾਖਾ ਭੌਤਿਕ ਵਿਗਿਆਨ ਦੇ ਨਿਯਮਾਂ ਦੇ ਆਧਾਰ ਤੇ ਜ਼ਿੰਦਗੀ ਨੂੰ ਸਮਝੀਏ, ਤਾਂ ਮੌਤ ਤੋਂ ਬਾਅਦ ਸਾਡੇ ਮਨ ਵਿੱਚ ਮੌਜੂਦ ਜਾਣਕਾਰੀ ਨੂੰ ਕਾਇਮ ਰੱਖਣ ਦਾ ਕੋਈ ਤਰੀਕਾ ਹੀ ਨਹੀਂ ਜਾਪਦਾ। ਹਾਲਾਂਕਿ ਸਾਰੇ ਵਿਗਿਆਨੀ ਅਜੇ ਤੱਕ ਪ੍ਰੋਫੈਸਰ ਕਰੋਲ ਦੇ ਇਸ ਦ੍ਰਿਸ਼ਟੀਕੋਣ ਦਾ ਸਮਰਥਨ ਨਹੀਂ ਕਰ ਰਹੇ। ਉਹਨਾਂ ਦਾ ਕਹਿਣਾ ਹੈ ਕਿ ਮਨੁੱਖੀ ਦਿਮਾਗ ਤੇ ਅਜੇ ਹੋਰ ਅਧਿਐਨ ਦੀ ਲੋੜ ਹੈ। ਧਰਮ ਵਿਗਿਆਨ ਤੋਂ ਆਤਮਾ ਬਾਰੇ ਪੂਰੀ ਤਰ੍ਹਾਂ ਉਲਟ ਵਿਚਾਰ ਰੱਖਦਾ ਹੈ। ਧਰਮ ਵਿੱਚ ਆਤਮਾ ਨੂੰ ਅਮਰ ਮੰਨਿਆ ਜਾਂਦਾ ਹੈ। ਅਜਿਹੇ 'ਚ ਪ੍ਰੋਫੈਸਰ ਹੋਣਾ ਦਾ ਇਹ ਦਾਅਵਾ ਵਿਵਾਦ ਪੈਦਾ ਕਰਨ ਵਾਲਾ ਹੈ। ਸੰਸਾਰ ਦਾ ਹਰ ਧਰਮ ਕਿਸੇ ਨਾ ਕਿਸੇ ਰੂਪ ਵਿੱਚ ਆਤਮਾ ਦੀ ਹੋਂਦ ਨੂੰ ਦਰਸਾਉਂਦਾ ਹੈ। ਪ੍ਰੋਫੈਸਰ ਕਰੋਲ ਦਾ ਕਹਿਣਾ ਹੈ ਕਿ ਉਹ ਰੱਬ ਨੂੰ ਮੰਨਣ ਲਈ ਨਹੀਂ ਕਹਿੰਦਾ, ਪਰ ਇਸ ਮੁੱਦੇ ਤੇ ਵਿਗਿਆਨ ਦੀ ਆਪਣੀ ਦਲੀਲ ਹੈ। ਅਕਸਰ ਹੀ ਦੁਨੀਆ ਦਾ ਹਰ ਵਸਿੰਦਾ ਕਦੇ ਨਾ ਕਦੇ ਇਹ ਜ਼ਰੂਰ ਸੋਚਦਾ ਹੈ ਕਿ ਆਖਰ ਮਰਨ ਤੋਂ ਬਾਅਦ ਇਨਸਾਨ ਕਿੱਥੇ ਚਲਾ ਜਾਂਦਾ ਹੈ, ਆਤਮਾ ਕਿੱਥੇ ਚਲੀ ਜਾਂਦੀ ਹੈ। ਮਰਨ ਤੋਂ ਬਾਅਦ ਕਿੱਥੇ ਜਾਂਦੀ ਹੈ ਆਤਮਾ, ਆਖਰ ਇਸ ਦੇ ਬਾਰੇ ਇੱਕ ਵਿਗਿਆਨੀ ਨੇ ਖੁਲਾਸਾ ਕਰ ਹੀ ਦਿੱਤਾ ਹੈ। ਉਹ ਵੀ ਬਹੁਤ ਹੀ ਹੈਰਾਨੀਜਨਕ ਖੁਲਾਸਾ ਕੀਤਾ ਹੈ।
ਦੱਸ ਦਈਏ ਕਿ ਪਿਛਲੇ ਸਮੇਂ ਦੇ ਦੌਰਾਨ ਇਸ ਚੈਨਲ ਦੇ ਉੱਪਰ ਪੁਨਰ ਜਨਮ ਸੰਬੰਧੀ ਵੀ ਅਸੀਂ ਕੁਝ ਇੰਟਰਵਿਊਜ਼ ਵੀਡੀਓਜ਼ ਬਣਾਈਆਂ ਸਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਲਗਾਤਾਰ ਭਰਪੂਰ ਹੁੰਗਾਰਾ ਦਿੱਤਾ ਗਿਆ ਸੀ। ਜਿਸ ਤਰ੍ਹਾਂ ਕਿ ਧੂਰੀ ਦੇ ਨੇੜਲੇ ਇੱਕ ਪਿੰਡ ਦੀ ਲੜਕੀ ਦੀ ਕਹਾਣੀ ਵਿਖਾਈ ਗਈ ਸੀ, ਜਿਹੜੀ ਕਿ ਆਪਣੇ ਪਿਛਲੇ ਜਨਮ ਦੇ ਬਾਰੇ ਪੂਰੀ ਤਰ੍ਹਾਂ ਦੱਸਦੀ ਸੀ। ਜਦੋਂ ਉਸ ਦਾ ਇੱਕ ਵਾਰ ਪਿਤਾ ਰੇਲ ਗੱਡੀ ਦੇ ਵਿੱਚ ਸਫ਼ਰ ਕਰ ਰਿਹਾ ਸੀ ਆਪਣੇ ਪਰਿਵਾਰ ਨਾਲ, ਤਾਂ ਉਹਨਾਂ ਨੂੰ ਬੈਠਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਮਿਲ ਰਹੀ। ਤਾਂ ਅਚਾਨਕ ਛੋਟੀ ਜੀ ਬੱਚੀ ਉਹਨਾਂ ਦੀ ਧੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਉੱਪਰ ਜਿਹੜੀ ਸੀਟ ਦੇ ਨਾਲ ਇੱਕ ਲੌਕ ਲੱਗਾ ਹੋਇਆ, ਇਸ ਨੂੰ ਖੋਲੋ ਤਾਂ ਇਹ ਸੀਟ ਖੁੱਲ ਜਾਵੇਗੀ। ਤਾਂ ਉੱਥੇ ਉਸ ਦਾ ਪਿਤਾ ਇੱਕਦਮ ਹੈਰਾਨ ਰਹਿ ਗਿਆ ਸੀ ਕਿ ਇਸ ਨੂੰ, ਛੋਟੀ ਜੀ ਨੂੰ ਇਸ ਦਾ ਬਾਰੇ ਕਿਵੇਂ ਪਤਾ ਹੈ। ਜਦੋਂ ਉਹਨਾਂ ਨੇ ਆਪਣੀ ਬੇਟੀ ਨੂੰ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਹੈ ਕਿ ਇਹ ਸੀਟ ਇੱਥੋਂ ਖੁੱਲ੍ਹਦੀ ਹੈ, ਤਾਂ ਉਸ ਨੇ ਦੱਸਿਆ ਕਿ ਮੇਰੇ ਜਿਹੜੇ ਪਾਪਾ ਨੇ ਪਿਛਲੇ ਜਨਮ ਦੇ ਵਿੱਚ ਪਹਿਲਾਂ ਉਹ ਰੇਲਵੇ ਦੇ ਵਿੱਚ ਡਿਊਟੀ ਕਰਦੇ ਸਨ। ਤਾਂ ਇਸ ਤਰ੍ਹਾਂ ਦੀਆਂ ਉਹ ਕਾਫੀ ਜ਼ਿਆਦਾ ਹੋਰ ਗੱਲਾਂ ਕਰਨ ਲੱਗੀ ਸੀ। ਉਸ ਤੋਂ ਬਾਅਦ 'ਚ ਜਦੋਂ ਉਸ ਦਾ ਮੌਜੂਦਾ ਸਮੇਂ ਪਿਤਾ ਉਸ ਨੂੰ ਉਸ ਦੇ ਦੱਸੇ ਹੋਏ ਪਿੰਡ ਲੈ ਕੇ ਗਿਆ, ਪਿਛਲੇ ਪਿੰਡ, ਤਾਂ ਉਹਨਾਂ ਨੇ ਉਸ ਲੜਕੀ ਨੂੰ ਕਾਫੀ ਦੂਰੀ ਤੇ ਉਤਾਰ ਦਿੱਤਾ ਸੀ ਆਪਣੇ ਮੋਟਰਸਾਈਕਲ ਤੋਂ, ਤੇ ਉਹ ਬੱਚੀ ਅੱਗੇ ਭੱਜੀ ਜਾ ਰਹੀ ਸੀ, ਪਿੱਛੇ ਉਸ ਦਾ ਪਿਤਾ ਗਿਆ। ਤੇ ਉਹ ਹੈਰਾਨ ਰਹਿ ਗਿਆ ਜਦੋਂ ਆਪਣੇ ਪੁਰਾਣੇ ਘਰ ਦੇ ਵਿੱਚ ਗਈ, ਤੇ ਉਸ ਨੇ ਉਸ ਵਕਤ ਤੇ ਹੀ ਮੌਕੇ ਦੇ ਉੱਪਰ ਇਕੱਠੇ ਲੋਕਾਂ ਦੇ ਵਿੱਚੋਂ ਕਾਫੀ ਲੋਕਾਂ ਨੂੰ ਪਛਾਣ ਵੀ ਲਿਆ ਸੀ। ਤੇ ਇਸੇ ਤਰ੍ਹਾਂ ਉਸ ਬੱਚੀ ਨੇ ਆਪਣੇ ਸਕੂਲ ਦੀ ਕਹਾਣੀ ਵੀ ਦੱਸੀ ਸੀ, ਕਿਵੇਂ ਉਹ ਬੱਸ ਹੇਠ ਆਈ, ਕਿਸ ਤਰ੍ਹਾਂ ਉਹਦੇ ਭਰਾ ਨੇ ਉਸ ਦੇ ਸਿਰ ਵਿੱਚ ਕੱਚ ਦਾ ਗਲਾਸ ਮਾਰਿਆ ਸੀ। ਕਿਤੇ ਉਹ ਦੋਨੇ ਭੈਣ ਭਰਾ ਲੜ ਪਏ ਸਨ, ਜਾਂ ਉਸ ਨੇ ਕਹਿ ਲਈਏ ਕਿ ਉਸ ਦੇ ਭਰਾ ਨੇ ਉਸ ਨੂੰ ਘੂਰਿਆ ਸੀ, ਵਜ੍ਹਾ ਸੀ ਹੱਥ ਦੇ ਉੱਪਰ ਬੰਨੀ ਹੋਈ ਘੜੀ। ਤੇ ਇਸੇ ਤਰ੍ਹਾਂ ਉਸ ਨੇ ਸੂਟਾਂ ਨੂੰ ਆਪਣਿਆਂ ਨੂੰ ਪਛਾਣ ਲਿਆ ਸੀ। ਸੋ ਖੈਰ ਗੱਲ ਕਰੀਏ ਜੇਕਰ ਅੱਜ ਦੀ, ਤਾਂ ਜਿਸ ਤਰ੍ਹਾਂ ਇਹ ਸਵਾਲ ਦਾ ਖੁਲਾਸਾ ਕੀਤਾ ਹੈ ਵਿਗਿਆਨੀਆਂ ਨੇ ਕਿ ਆਖਰ ਆਤਮਾ ਕਿੱਥੇ ਚਲੀ ਜਾਂਦੀ ਹੈ। ਸੰਸਾਰ ਵਿੱਚ ਜੇਕਰ ਕੋਈ ਵਸਤੂ ਜਨਮ ਲੈਂਦੀ ਹੈ ਤਾਂ ਉਸ ਦਾ ਇੱਕ ਸਮੇਂ ਬਾਅਦ ਨਾਸ਼ ਹੋਣਾ ਵੀ ਇਹ ਤੈਅ ਹੁੰਦਾ ਹੈ। ਹਾਲਾਂਕਿ ਜ਼ਿੰਦਗੀ ਤੇ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਬਣੀਆਂ ਹੋਈਆਂ ਨੇ। ਦੁਨੀਆ ਦੇ ਹਰ ਧਰਮ ਵਿੱਚ ਮੌਤ ਤੋਂ ਬਾਅਦ ਦੀ ਸਥਿਤੀ ਨੂੰ ਵੱਖ-ਵੱਖ ਤਰੀਕਿਆਂ ਨਾਲ ਸਮਝਾਇਆ ਗਿਆ ਹੈ। ਦਰਅਸਲ ਜ਼ਿੰਦਗੀ ਦੇ ਸੰਬੰਧ ਵਿੱਚ ਅਧਿਆਤਮਿਕ ਗੁਰੂਆਂ ਤੇ ਵਿਗਿਆਨੀਆਂ ਵਿੱਚ ਹਮੇਸ਼ਾ ਮਤਭੇਦ ਰਹੇ ਨੇ। ਧਾਰਮਿਕ ਮਾਨਤਾਵਾਂ ਕਹਿੰਦੀਆਂ ਨੇ ਕਿ ਮੌਤ ਤੋਂ ਬਾਅਦ ਕੇਵਲ ਸਰੀਰ ਹੀ ਮਰਦਾ ਹੈ, ਆਤਮਾ ਕਦੇ ਵੀ ਨਹੀਂ ਮਰਦੀ। ਦੂਜੇ ਪਾਸੇ ਵਿਗਿਆਨ ਮਨੁੱਖ ਦੀ ਮੌਤ ਤੋਂ ਬਾਅਦ ਆਤਮਾ ਦੀ ਹੋਂਦ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕਰਦਾ। ਅਜਿਹੇ 'ਚ ਇੱਕ ਬ੍ਰਹਿਮੰਡ ਵਿਗਿਆਨੀ ਨੇ ਜ਼ਿੰਦਗੀ ਤੇ ਮੌਤ ਦੇ ਸੰਬੰਧ ਨੂੰ ਲੈ ਕੇ ਅਜਿਹਾ ਦਾਅਵਾ ਕੀਤਾ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਬ੍ਰਹਿਮੰਡ ਵਿਗਿਆਨੀ ਡਾਕਟਰ ਸੀਨ ਕੈਰੋਲ ਨੇ ਜ਼ਿੰਦਗੀ ਤੇ ਮੌਤ ਬਾਰੇ ਹੈਰਾਨ ਕਰਨ ਵਾਲੀ ਇੱਕ ਸੱਚਾਈ ਪੇਸ਼ ਕੀਤੀ ਹੈ। ਉਹਨਾਂ ਦੇ ਅਨੁਸਾਰ ਜੇਕਰ ਸਭ ਕੁਝ ਵਿਗਿਆਨ ਦੇ ਨਿਯਮਾਂ ਅਨੁਸਾਰ ਵਾਪਰਦਾ ਹੈ, ਤਾਂ ਭੌਤਿਕ ਵਿਗਿਆਨ ਵਿੱਚ ਇਹ ਸੰਭਵ ਹੀ ਨਹੀਂ ਕਿ ਮਨੁੱਖ ਦੀ ਮੌਤ ਤੋਂ ਬਾਅਦ ਕੋਈ ਜੀਵਨ ਸੰਭਵ ਹੋਵੇ। ਪ੍ਰੋਫੈਸਰ ਕਰੋਲ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਭੌਤਿਕ ਵਿਗਿਆਨ ਦਾ ਅਧਿਐਨ ਕਰਨ ਵਿੱਚ ਲੰਘਾਇਆ। ਪ੍ਰੋਫੈਸਰ ਆਪਣੇ ਅਧਿਐਨ ਦੇ ਆਧਾਰ ਤੇ ਦੱਸਦੇ ਨੇ ਕਿ ਜੇਕਰ ਕੋਈ ਵਿਅਕਤੀ ਮਰ ਜਾਂਦਾ ਤਾਂ ਉਸ ਦੀ ਚੇਤਨਾ ਇਸ ਬ੍ਰਹਿਮੰਡ ਵਿੱਚ ਨਹੀਂ ਰਹਿ ਸਕਦੀ। ਸਾਇੰਟੀਫਿਕ ਅਮਰੀਕਨ ਵਿੱਚ ਡਾਕਟਰ ਕਰੋਲ ਲਿਖਦੇ ਨੇ ਕਿ ਧਾਰਮਿਕ ਮਾਨਤਾਵਾਂ ਦੇ ਹਿਸਾਬ ਨਾਲ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਬੰਦੇ ਦੀ ਮੌਤ ਤੋਂ ਬਾਅਦ ਆਤਮਾ ਕਿਸੇ ਨਾ ਕਿਸੇ ਰੂਪ ਵਿੱਚ ਇਸ ਵਾਤਾਵਰਣ ਵਿੱਚ ਮੌਜੂਦ ਰਹਿੰਦੀ ਹੈ। ਹੁਣ ਜੇਕਰ ਅਸੀਂ ਵਿਗਿਆਨ ਦੀ ਇੱਕ ਸ਼ਾਖਾ ਭੌਤਿਕ ਵਿਗਿਆਨ ਦੇ ਨਿਯਮਾਂ ਦੇ ਆਧਾਰ ਤੇ ਜ਼ਿੰਦਗੀ ਨੂੰ ਸਮਝੀਏ, ਤਾਂ ਮੌਤ ਤੋਂ ਬਾਅਦ ਸਾਡੇ ਮਨ ਵਿੱਚ ਮੌਜੂਦ ਜਾਣਕਾਰੀ ਨੂੰ ਕਾਇਮ ਰੱਖਣ ਦਾ ਕੋਈ ਤਰੀਕਾ ਹੀ ਨਹੀਂ ਜਾਪਦਾ। ਹਾਲਾਂਕਿ ਸਾਰੇ ਵਿਗਿਆਨੀ ਅਜੇ ਤੱਕ ਪ੍ਰੋਫੈਸਰ ਕਰੋਲ ਦੇ ਇਸ ਦ੍ਰਿਸ਼ਟੀਕੋਣ ਦਾ ਸਮਰਥਨ ਨਹੀਂ ਕਰ ਰਹੇ। ਉਹਨਾਂ ਦਾ ਕਹਿਣਾ ਹੈ ਕਿ ਮਨੁੱਖੀ ਦਿਮਾਗ ਤੇ ਅਜੇ ਹੋਰ ਅਧਿਐਨ ਦੀ ਲੋੜ ਹੈ। ਧਰਮ ਵਿਗਿਆਨ ਤੋਂ ਆਤਮਾ ਬਾਰੇ ਪੂਰੀ ਤਰ੍ਹਾਂ ਉਲਟ ਵਿਚਾਰ ਰੱਖਦਾ ਹੈ। ਧਰਮ ਵਿੱਚ ਆਤਮਾ ਨੂੰ ਅਮਰ ਮੰਨਿਆ ਜਾਂਦਾ ਹੈ। ਅਜਿਹੇ 'ਚ ਪ੍ਰੋਫੈਸਰ ਉਹਨਾਂ ਦਾ ਇਹ ਦਾਅਵਾ ਵਿਵਾਦ ਪੈਦਾ ਕਰਨ ਵਾਲਾ ਹੈ। ਸੰਸਾਰ ਦਾ ਹਰ ਧਰਮ ਕਿਸੇ ਨਾ ਕਿਸੇ ਰੂਪ ਵਿੱਚ ਆਤਮਾ ਦੀ ਹੋਂਦ ਨੂੰ ਦਰਸਾਉਂਦਾ ਹੈ। ਪ੍ਰੋਫੈਸਰ ਕਰੋਲ ਦਾ ਕਹਿਣਾ ਹੈ ਕਿ ਉਹ ਰੱਬ ਨੂੰ ਮੰਨਣ ਲਈ ਨਹੀਂ ਕਹਿੰਦਾ, ਪਰ ਇਸ ਮੁੱਦੇ ਤੇ ਵਿਗਿਆਨ ਦੀ ਆਪਣੀ ਦਲੀਲ ਹੈ।